ਤੁਹਾਨੂੰ ਇੱਕ ਅਸੀਂ ਰੇਅਰ ਕੇਸ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਦੀ ਪਹਿਲਾਂ ਹਾਰਟ ਦੀ ਵੀ ਸਰਜਰੀ ਹੋਈ ਹੈ। ਇਹ ਸਭ ਤੋਂ ਵੱਡੀ ਗੱਲ ਹੋ ਰਹੀ ਕਿ ਮੈਂ ਹਾਰਟ ਦਾ ਪੇਸ਼ੈਂਟ ਵੀ ਹਾਂ, ਮੇਰੀ ਬਾਈਪਾਸ ਸਰਜਰੀ ਹੋਈ ਹੈ। ਸਰਜਰੀ ਰੋਬੋਟਿਕ ਦੇ ਨਾਲ ਕੀਤੀ ਹੈ। 4 months complete, so Pangra. I will say 10 out of 10. 10 out of 10. ਅਸੀਂ ਇਸ ਟਾਈਮ ਤੇ ਆ ਸਹਾਨਾ ਹਸਪੀਟਲ ਦੇ ਵਿੱਚ ਤੇ ਸਹਾਨਾ ਹਸਪੀਟਲ ਦੇ ਵਿੱਚ ਜਿੱਥੇ ਅਪਡੇਟਡ ਟੈਕਨੀਕ ਦੇ ਨਾਲ ਰੋਬੋਟਿਕ ਸਰਜਰੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ, ਉੱਥੇ ਹੀ ਅਸੀਂ ਜਾਣਾਂਗੇ ਅੱਜ ਕਿ ਰੋਬੋਟਿਕ ਸਰਜਰੀ ਹੁੰਦੀ ਕੀ ਹੈ ਤੇ ਨਾਲ ਲਾਈਵ ਡੈਮੋ ਵੀ ਦੇਖਾਂਗੇ ਕਿਉਂਕਿ ਅਸੀਂ ਡਾਕਟਰਸ ਨੂੰ ਨਹੀਂ ਦੱਸਿਆ ਹੋਇਆ ਕਿ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਰੋਬੋਟਿਕ ਸਰਜਰੀ ਹੁੰਦੀ ਕੀ ਹੈ ਤੇ ਨਾਲ ਤੁਹਾਨੂੰ ਪੇਸ਼ੈਂਟਸ ਨਾਲ ਵੀ ਮਿਲਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੇ ਰੀਅਲ ਫੈਕਟਸ ਨੇ ਉਹ ਨਿਕਲ ਕੇ ਆਉਣ। ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ, ਆ ਜਾਓ। ਸਤਿ ਸ਼੍ਰੀ ਅਕਾਲ ਜੀ। ਅਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈ, ਡਾਕਟਰ ਗਗਨਦੀਪ ਸਚਦੇਵਾ ਜੀ ਨੂੰ, ਜਿਨ੍ਹਾਂ ਨੇ ਰੋਬੋਟਿਕ ਸਰਜਰੀ ਵੀ ਕਰਦੇ ਉਹ ਸੁਣਿਆ ਹੋਇਆ ਸੀ ਤੇ ਅੱਜ ਅਸੀਂ ਉਹਨਾਂ ਦਾ ਇੱਕ ਲਾਈਵ ਡੈਮੋ ਲੈਣ ਵਾਸਤੇ ਵੀ ਆਏ ਹਾਂ, ਨਾਲ ਕੁਛ ਨਾ ਕੁਛ ਪੇਸ਼ੈਂਟਸ ਨਾਲ ਗੱਲ ਵੀ ਕਰਨ ਵਾਸਤੇ ਆਏ। ਕਿੱਥੇ ਮਿਲਣਗੇ ਉਹ? ਤੁਸੀਂ ਅੱਜ ਚੰਗੇ ਦਿਨ ਆਏ ਹੋ। ਵੈਸੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ ਜੋ ਸੋਹਾਣਾ ਦਾ ਪੂਰੇ ਨਾਰਥ ਦਾ ਸਭ ਤੋਂ ਵੱਡਾ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ ਬਣ ਚੁੱਕਾ ਹੈ ਤੇ ਯੂ ਵੋਂਟ ਬਿਲੀਵ ਕਿ ਡਾਕਟਰ ਗਗਨ ਇਜ਼ ਦ ਪਾਇਨੀਅਰ ਇਨ ਦ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ। ਠੀਕ ਹੈ, ਤੇ ਹੁਣ ਤੁਸੀਂ ਆਓ, ਤੁਹਾਨੂੰ ਡਾਕਟਰ ਗਗਨ ਨੂੰ ਵੀ ਮਿਲਾਉਣਾ ਤੇ ਕੁਦਰਤੀ ਤੁਹਾਡੀ ਕਿਸਮਤ ਬਹੁਤ ਅੱਛੀ ਹੈ, ਕੁਝ ਪੇਸ਼ੈਂਟਸ ਵੀ ਸਾਡੇ ਕੋਲ ਆਏ ਹੋਏ ਆ ਜਿਨ੍ਹਾਂ ਦੀ ਸਰਜਰੀਜ਼ ਹੋਈਆਂ, ਤੁਹਾਨੂੰ ਉਹਨਾਂ ਨੂੰ ਵੀ ਮਿਲਾਉਣਾ। ਜੀ ਆਇਆਂ ਨੂੰ ਜੀ, ਵੈਲਕਮ। ਤੁਸੀਂ ਰੋਬੋਟਿਕ ਸਰਜਰੀ ਬਾਰੇ ਜੇ ਪਤਾ ਕਰਨ ਆਏ ਹੋ, ਜਾਣਕਾਰੀ ਲੈਣ ਆਏ ਹੋ ਤਾਂ ਅਸੀਂ ਜ਼ਰੂਰ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਰੋਬੋਟਿਕ ਸਰਜਰੀ ਜਿਹੜੀ ਕਿ ਬੜੀ ਇੱਕ ਆਰਟੀਫੀਸ਼ੀਅਲ ਇੰਟੈਗ੍ਰੇਟਿਡ ਰੋਬੋਟ ਦੇ ਨਾਲ ਹੁੰਦੀ ਹੈ, ਬੜੀ ਲੇਟੈਸਟ ਟੈਕਨੋਲੋਜੀ ਵਾਲੀ ਸਰਜਰੀ ਹੈ ਤੇ ਇਹਦੇ ਨਾਲ ਅਸੀਂ ਗੋਡਿਆਂ ਦੀ ਜਿਹੜੀ ਰੀਸਰਫਿਸਿੰਗ ਹੈ ਕਰਦੇ ਹਾਂ। ਪਰ ਮੈਂ ਚਾਹੁੰਦਾ ਕਿ ਤੁਹਾਨੂੰ ਅਸੀਂ ਉਹਦੀ ਸਰਜਰੀ ਦੀ ਡਿਟੇਲ ਦੱਸਣ ਤੋਂ ਪਹਿਲਾਂ ਤੁਹਾਨੂੰ ਅਸੀਂ ਕੁਝ ਮਰੀਜ਼ਾਂ ਨੂੰ ਹੀ ਮਿਲਾ ਦਿੰਦੇ ਹਾਂ। ਕੁਝ ਪੇਸ਼ੈਂਟ ਮੇਰੇ ਅੱਜ ਓਪੀਡੀ 'ਚ ਚੈੱਕਅਪ ਕਰਾਉਣ ਆਏ ਹੋਏ ਆ, ਜਾਂ ਪੇਸ਼ੈਂਟ ਜਿਵੇਂ ਆਉਂਦੇ ਰੂਟੀਨ 'ਚ ਉਹਨਾਂ ਨੂੰ ਅਸੀਂ ਮਿਲਾਉਂਦੇ ਹਾਂ ਤੇ ਤੁਸੀਂ ਆਪ ਹੀ ਆਪਣੇ ਮੂੰਹ ਰਾਹੀਂ ਤੁਹਾਨੂੰ ਬਿਆਨ ਕਰਨਗੇ ਵੀ ਕਿਸ ਤਰ੍ਹਾਂ ਉਹਨਾਂ ਦਾ ਰਿਜ਼ਲਟ ਰਿਹਾ, ਕਿਸ ਤਰ੍ਹਾਂ ਉਹਨਾਂ ਦਾ ਐਕਸਪੀਰੀਅੰਸ ਰਿਹਾ। ਤੇ ਤੁਹਾਨੂੰ ਇੱਕ ਅਸੀਂ ਰੇਅਰ ਕੇਸ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਦੀ ਪਹਿਲਾਂ ਹਾਰਟ ਦੀ ਵੀ ਸਰਜਰੀ ਹੋਈ ਹੈ ਤੇ ਬਹੁਤ ਸਾਰੀ ਜਗ੍ਹਾ ਤੇ ਹਾਰਟ ਦੀ ਸਰਜਰੀ ਕਰਨ ਤੋਂ ਬਾਅਦ ਉਹਨਾਂ ਦੀ ਨੀਜ਼ ਦੀ ਸਰਜਰੀ ਲਈ ਉਹ ਰਿਫਿਊਜ਼ ਕਰ ਦਿੱਤਾ ਗਿਆ ਸੀ ਤੇ ਅਸੀਂ ਉਹਨਾਂ ਦੀ ਜਿਹੜੀ ਸਰਜਰੀ ਹੈ ਰੋਬੋਟਿਕ ਦੇ ਨਾਲ ਕੀਤੀ ਹੈ ਤੇ ਜਿਸ ਤੋਂ ਬਾਅਦ ਉਹ ਬਿਲਕੁਲ ਅੱਜ ਖੁਸ਼ ਹੈ, हैप्पी है। तो ਤੁਹਾਨੂੰ ਆਪਣੇ रिजल्ट बारे इनका भी 5-6 दिन पहले ही हमने रोबोटिक सर्जरी की है, तो ये अभी आपको बताएंगे ये कहाँ से हैं और कैसे रहा इनका एक्सपीरियंस। बहुत ही बढ़िया, और यहाँ पर केयर भी बहुत अच्छी होती है, ऑपरेशन भी बहुत अच्छा हुआ, मुझे तो फील ही नहीं हुआ कुछ भी ज़्यादा, बिल्कुल नहीं फील हुई ना। जब यहाँ थी तो बिल्कुल भी नहीं थी, वहाँ पर भी मेरे को थोड़ा वॉकर से चलने में प्रॉब्लम आती, मैं वैसे मेरे को ज़्यादा कंफर्टेबल लगता है। मैं इनको बोलता हूँ कि अभी ताज़ा ऑपरेशन हुआ है, वॉकर के बिना मत चलो, ज़्यादा जोर पड़ेगा, लेकिन ये शी इंसिस्ट कि मैंने बिना वॉकर के चलना है। ये आंटी जी साढ़े स्पैशल कैनेडा तो आए सर्जरी कराउन ਤੇ ਇਟਸ ਬੀਨ ਹੁਣ 1.5-2 ਮਹੀਨੇ ਹੋ ਗਏ ਇਹਨਾਂ ਦੀ ਰੋਬੋਟਿਕ ਸਰਜਰੀ ਹੋਈ। मैं परफेक्टली ठीक है, मैंने कोई प्रॉब्लम नहीं है। और इतों का स्टाफ जो है ना वो तो कहने क्या है कि टॉप टू बॉटम फुली कमिटेड है। 4 months complete, and now I am going to Canada for granddaughter's marriage, so Pangra. so thank you। ਹੁਣ ਅਸੀਂ ਇੱਕ ਅਗਲੇ ਆਪਣੇ ਇੱਕ ਜਿਹੜਾ ਰੇਅਰ ਕੇਸ ਬਾਰੇ ਆਪਾਂ ਗੱਲ ਕਰ ਰਹੇ ਸੀ, ਹੁਣ ਆਪਾਂ ਸਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ ਕਿ ਜਿਨ੍ਹਾਂ ਦੀ ਪਹਿਲਾਂ ਇੱਕ ਹਾਰਟ ਦੀ ਵੀ ਸਰਜਰੀ ਹੋਈ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਘੁਟਨਿਆਂ ਦਾ ਅਸੀਂ ਆਪਰੇਟ ਕੀਤਾ ਤੇ ਇਹ ਸਾਡੇ ਜਿਹੜੇ ਅੰਕਲ ਜੀ ਹੈ, ਇਹ ਸਾਡੇ ਬਹੁਤ ਇੱਕ ਪ੍ਰੈਸ਼ੀਅਸ ਪੇਸ਼ੈਂਟ ਹੈ। ਹੁਣ ਇਹ ਆਪ ਹੀ ਦੱਸਣਗੇ ਤੁਹਾਨੂੰ ਆਪਣੇ ਬਾਰੇ, ਆਪਣੇ ਐਕਸਪੀਰੀਅੰਸ ਬਾਰੇ। ਪਲੀਜ਼ ਤੁਸੀਂ। ਅੱਛਾ ਸਰ, ਕਿਵੇਂ ਦਾ ਲੱਗਦਾ ਤੁਹਾਨੂੰ? ਇਸ ਤਰ੍ਹਾਂ ਹੈ, ਜਦੋਂ ਮੈਂ ਇੱਥੇ ਆਇਆ ਸੀ ਤਾਂ ਬਿਲਕੁਲ ਇੰਨੀ ਮੁਸ਼ਕਿਲ 'ਚ ਸੀਗੇ ਕਿ 4 ਕਦਮ ਨਹੀਂ ਚੱਲ ਸਕਦਾ ਤੇ ਮੇਰੇ ਦੋਸਤਾਂ ਮਿੱਤਰਾਂ ਨੇ, ਰਿਸ਼ਤੇਦਾਰਾਂ ਨੇ ਡਾਕਟਰ ਸਾਹਿਬ ਦਾ ਨਾਮ ਦੱਸਿਆ। ਗਗਨਦੀਪ ਸਿੰਘ ਜੀ ਸਚਦੇਵਾ ਸਰ ਹੈਗੇ ਆ ਔਰ ਇਹ ਬਹੁਤ ਹੀ ਮਹਾਨ ਸਰਜਨ ਹਨ। ਇਸ ਰੀਜਨ ਦੇ ਵਿੱਚ ਇਹਨਾਂ ਨੇ ਇੱਕ ਡਾਕਟਰ ਹੈਗੇ ਨੇ ਜਿਹੜੇ ਕਿ ਰੋਬੋਟਿਕ ਜਿਹੜੀ ਉਹ ਸਰਜਰੀ ਕਰਦੇ ਨੇ ਸਿਸਟਮ ਨਾਲ, ਟੈਕਨੋਲੋਜੀ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹ ਜਿਹੜੀ ਪੇਨਲੈਸ ਹੈ ਔਰ ਬਿਲਕੁਲ ਮਤਲਬ ਕਿ ਬੜੇ ਪਿਆਰ ਨਾਲ, ਬੜੀ ਸੂਝਵਾਨਤਾ ਔਰ ਬੜਾ ਤਜਰਬਾ ਇਹਨਾਂ ਨੂੰ, ਪਤਾ ਨਹੀਂ ਲੱਗਿਆ ਵੀ ਸਰਜਰੀ ਹੋ ਗਈ। ਇਹ ਸਭ ਤੋਂ ਵੱਡੀ ਗੱਲ ਹੋ ਰਹੀ ਕਿ ਮੈਂ ਹਾਰਟ ਦਾ ਪੇਸ਼ੈਂਟ ਵੀ ਹਾਂ, ਮੇਰੀ ਬਾਈਪਾਸ ਸਰਜਰੀ ਹੋਈ ਹੈ ਤੇ ਇਹਨਾਂ ਨੇ ਬੜਾ ਪਹਿਲੇ ਬਿਫੋਰ ਆਪਰੇਸ਼ਨ, ਕਿਉਂਕਿ ਉਹ ਕਹਿੰਦੇ ਸੀ ਹਾਲੇ ਪੋਸੀਬਲ ਨਹੀਂ ਹੈ ਤੁਹਾਡਾ ਨੀ ਰਿਪਲੇਸਮੈਂਟ। ਸੋ ਮੈਂ ਮਤਲਬ ਕਿ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਇਹਨਾਂ ਨੇ ਪਹਿਲੇ ਮੈਨੂੰ ਟ੍ਰੀਟ ਕੀਤਾ
ਇਸ ਕਾਬਲ ਬਣਾਇਆ ਕਿ ਮੇਰੀ ਸਰਜਰੀ ਹੋ ਸਕੇ। ਇਹਨਾਂ ਸਟਾਫ, ਡਾਕਟਰਸ, ਨਰਸਿਸ ਸਭ, ਚਾਹੇ ਫਿਜ਼ੀਓਥੈਰੇਪੀ ਕਰ ਰਹੇ ਨੇ ਜਿਹੜੇ ਜਾਂ ਹੋਰ ਬੈਂਡੇजेस ਕਰ ਰਹੇ ਨੇ, ਸਭ ਬਹੁਤ ਹੀ ਵਧੀਆ ਸਟਾਫ ਹੈ। ਔਰ ਇਹਨਾਂ ਦਾ ਜਿਹੜੇ ਰੂਮਸ ਹੈ ਔਰ ਆਪਰੇਸ਼ਨ ਥੀਏਟਰਸ ਹੈ, ਜਿਹੜੇ ਹੋਰ ਪ੍ਰਾਈਵੇਟ ਰੂਮਸ ਹੈ, ਬਹੁਤ ਹੀ ਐਕਸੀਲੈਂਟ ਹੈ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਇੱਥੇ ਤੁਸੀਂ ਇੱਧਰ ਉੱਧਰ ਨਾ ਭਟਕੋ, ਇੱਥੇ ਆਓ, ਬਹੁਤ ਹੀ ਪਿਆਰ ਮਿਲੇਗਾ ਤੁਹਾਨੂੰ ਔਰ ਬਹੁਤ ਹੀ ਬੜੇ ਐਕਸੀਲੈਂਟ ਤਰੀਕੇ ਨਾਲ ਤੁਹਾਡਾ ਜਿਹੜਾ ਇਲਾਜ ਹੋਏਗਾ। ਥੈਂਕ ਯੂ ਵੈਰੀ ਮਚ ਜੀ। ਅੱਛਾ ਡਾਕਟਰ ਸਾਹਿਬ, ਇੱਥੇ ਨਾ ਇੱਕ ਬੜਾ ਅੱਛਾ ਸਵਾਲ ਵੀ ਨਿਕਲ ਕੇ ਆਂਦਾ ਹੈ। ਤੁਸੀਂ ਉਹਨਾਂ ਨੇ ਕਿਹਾ ਕਿ ਮੈਂ ਹਾਰਟ ਪੇਸ਼ੈਂਟ ਹਾਂ, ਤੁਹਾਨੂੰ ਕਿੰਨੀ ਕੁ ਦਿੱਕਤ ਆਈ ਇੱਕ ਹਾਰਟ ਪੇਸ਼ੈਂਟ ਦੀ ਸਰਜਰੀ ਕਰਨ ਦੇ ਵਿੱਚ? ਦੇਖੋ, ਹਾਰਟ ਪੇਸ਼ੈਂਟ ਦੀ ਜਿਹੜੀ ਸਰਜਰੀ ਜੇ ਹੁੰਦੀ ਹੈ ਨਾ, ਤਾਂ ਉਹਦੇ ਵਿੱਚ ਸਾਨੂੰ ਇੱਕ ਹਾਰਟ ਦੀ ਜਿਹੜੀ ਡੈਡੀਕੇਟਿਡ ਟੀਮ ਜਿਹੜੀ ਹੈ ਤੁਹਾਡੇ ਆਰਗੇਨਾਈਜੇਸ਼ਨ ਦੇ ਵਿੱਚ, ਤੁਹਾਡੀ ਟੀਮ ਦੇ ਵਿੱਚ ਹੋਣੀ ਜ਼ਰੂਰੀ ਹੈ। ਸਾਡੇ ਕੋਲ ਇੱਕ ਸਪੈਸ਼ਲਿਸਟ ਟੀਮ ਹੈ ਜਿਹਨੂੰ ਅਸੀਂ ਕਾਰਡਿਕ ਐਨਸਥੈਟਿਸਟ ਬੋਲਦੇ ਹਾਂ। ਜਿਹੜੇ ਨਾਰਮਲ ਪੇਸ਼ੈਂਟਸ ਹੁੰਦੇ ਉਹਨਾਂ ਨੂੰ ਜਿਹੜਾ ਅਸੀਂ ਐਨਸਥੀਸੀਆ ਦਿੰਦੇ ਉਹ ਸਾਡੇ ਇੱਕ ਰੂਟੀਨ ਐਨਸਥੈਟਿਸਟ ਜਿਹੜੇ ਹੁੰਦੇ ਨੇ ਉਹ ਦਿੰਦੇ ਆ। ਪਰ ਜਿਹੜੇ ਹਾਰਟ ਪੇਸ਼ੈਂਟ ਹੁੰਦੇ ਜਿਸ ਦੇ ਸਟੈਂਟ ਪਿਆ ਹੋਇਆ ਪਹਿਲਾਂ, ਜਾਂ ਬਾਈਪਾਸ ਸਰਜਰੀ ਹੋਈ ਹੈ, ਜਾਂ ਉਹਨਾਂ ਦੀ ਹਾਰਟ ਦੀ ਜਿਹੜੀ ਪੰਪਿੰਗ ਹੈ ਉਹ ਘੱਟ ਹੈ, ਜਾਂ ਹਾਰਟ ਦੀ ਐਸੀ ਕੰਡੀਸ਼ਨ ਹੈ ਜਿਹਦੇ ਵਿੱਚ ਬਹੁਤੀ ਜਗ੍ਹਾ ਤੇ ਇਹ ਸਰਜਰੀ ਵਾਸਤੇ ਕਿਹਾ ਜਾਂਦਾ ਵੀ ਹੋ ਨਹੀਂ ਸਕਦੀ, ਰਿਫਿਊਜ਼ ਕਰ ਦਿੱਤੀ ਜਾਂਦੀ ਹੈ। ਉੱਥੇ ਜਿਹੜੇ ਟਰਸ਼ਰੀ ਕੇਅਰ ਸੈਂਟਰ ਹੈ, ਜਿਹੜੇ ਬੜੇ ਹਸਪੀਟਲ ਹੈ, ਜਿਵੇਂ ਸਾਡੇ ਸੋਹਾਣਾ ਹਸਪੀਟਲ ਹੈ, ਜਾਂ ਬੜੇ ਹਸਪੀਟਲ ਵਿੱਚ ਜਿੱਥੇ ਇਹ ਟੀਮ ਜਿਹੜੀ ਹੈ ਮੌਜੂਦ ਹੁੰਦੀ ਹੈ, ਉਹ ਟੀਮ ਆਪਣੀ ਦੇਖ ਰੇਖ ਦੇ ਵਿੱਚ, ਆਪਣੀ ਛਤਰ ਛਾਇਆ ਦੇ ਵਿੱਚ ਇਹ ਸਰਜਰੀ ਜਿਹੜੀ ਹੈ ਉਹ ਸਾਨੂੰ ਕਰਵਾਉਂਦੇ ਆ। ਉਹ ਸਾਨੂੰ ਉਹਨਾਂ ਦਾ ਐਨਸਥੀਸੀਆ ਪਾਰਟ, ਪੋਸਟ ਆਪਰੇਟਿਵ ਡਿਊਰੇਸ਼ਨ, ਪੋਸਟ ਆਪਰੇਟਿਵ ਪੀਰੀਅਡ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹਾਰਟ ਨੂੰ ਉਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਸਰਜਰੀ ਦੇ ਦੌਰਾਨ ਜਾਂ ਸਰਜਰੀ ਤੋਂ ਬਾਅਦ ਹਾਰਟ ਨੂੰ 1% ਵੀ ਕੋਈ ਕੰਪਲਿਕੇਸ਼ਨ ਨਾ ਆਏ। ਸੋ ਮੈਂ ਇਹ ਵੀ ਕਹਿਣਾ ਚਾਹੁੰਦਾ ਸੀ ਕਿ ਆਪਰੇਸ਼ਨ ਦੇ ਬਾਅਦ ਜਿਹੜਾ ਹੈ, ਹੁਣ ਹਾਲੇ 15 ਦਿਨ ਨਹੀਂ ਹੋਏ ਆ, ਲੇਕਿਨ ਮੈਂ ਬੜੇ ਤੇਜ਼ੀ ਨਾਲ ਚੱਲ ਸਕਦਾ, ਪੌੜੀਆਂ ਚੜ੍ਹ ਸਕਦਾ, ਬੈਠ ਸਕਦਾ, ਚੌਕੜੀ ਮਾਰ ਕੇ, ਜੇ ਉਹ ਮਤਲਬ ਕੋਈ ਮੈਨੂੰ ਫੀਲ ਨਹੀਂ ਹੋ ਰਿਹਾ ਵੀ ਮੇਰਾ ਆਪਰੇਸ਼ਨ ਹੋਇਆ। ਸੋ ਇੰਨੇ ਟੈਕਨੀਕ ਨਾਲ, ਇੰਨੇ ਮਤਲਬ ਕਿ ਐਫੀਸ਼ੀਐਂਸੀ ਨਾਲ ਇਹਨਾਂ ਨੇ ਕੀਤਾ ਹੈ। ਥੈਂਕ ਯੂ ਵੈਰੀ ਮਚ ਸਰ। ਇਹ ਸਾਡੇ ਇੱਕ ਬਹੁਤ ਹੀ ਖਾਸ ਪੇਸ਼ੈਂਟ ਹੈ। ਇਹ ਬੈਂਗਲੌਰ ਤੋਂ ਸਪੈਸ਼ਲ ਫਲੂ ਕਰਕੇ ਆਏ ਉੱਥੋਂ ਸਰਜਰੀ ਕਰਾਉਣ ਲਈ, ਐਂਡ ਆਫਟਰ ਦ ਸਰਜਰੀ ਆਈ ਥਿੰਕ ਇਹਨਾਂ ਨੂੰ ਮਹੀਨਾ ਹੋ ਗਿਆ। ਹੀ ਇਜ਼ ਵੈਰੀ ਹੈਪੀ। ਅੱਜ ਇਹ ਮਿਲਣ ਲਈ ਆਏ ਸੀ ਮੈਨੂੰ ਚੈੱਕਅਪ ਲਈ, ਤੇ ਮੈਂ ਕਿਹਾ ਚਲੋ ਤੁਹਾਨੂੰ ਇਹਨਾਂ ਨੂੰ ਵੀ ਮਿਲਾਣਾ। ਇਹਨਾਂ ਦੀ ਵੀ ਅਸੀਂ ਰੋਬੋਟਿਕ ਸਰਜਰੀ ਕੀਤੀ ਹੈ। ਇਹ ਹੁਣ ਆਪਣੀ ਐਕਸਪੀਰੀਅੰਸ ਦੱਸਣਗੇ। ਹਾਂਜੀ, ਕਿਵੇਂ ਦਾ ਲੱਗਾ? About a month back, I came with limping legs. Now I have just shown you the cuts on my knees. I'm perfectly all right, and I'm walking without any walking aid. The staff is very, very good. Doctor, matlab, what should I say about this? This is a man with magic hand. Robotic surgery was done. Whole staff is excellent. I will say 10 out of 10. 10 out of 10. Very supportive, very good. And on top of that, the cost is very competitive. ਜਿਵੇਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸਾਡਾ ਹੁਣ ਜਿਹੜਾ ਰੋਬੋਟਿਕ ਏਰੀਆ ਹੈ, ਜਿਹਦੇ ਵਿੱਚ ਅਸੀਂ ਰੋਬੋਟ ਦੀ ਜਿਹੜੀ ਇੱਕ ਡੈਮੋਨਸਟ੍ਰੇਸ਼ਨ, ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਡੈਮੋਨਸਟ੍ਰੇਸ਼ਨ ਦਿੰਦੇ ਆ। ਇਹ ਇੱਕ ਰੋਬੋਟਿਕ ਆਰਮ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਇਹ ਰੋਬੋਟਿਕ ਆਰਮ ਦੀ ਜਿਹੜੀ ਮੂਵਮੈਂਟ ਹੈ, ਇਟ ਇਜ਼ ਅ ਫੁੱਲੀ ਆਟੋਮੈਟਿਕ ਮੂਵਮੈਂਟ। ਇਹ ਬਿਨਾਂ ਕਿਸੇ ਅਸਿਸਟੈਂਸ ਤੋਂ, ਕਿਸੇ ਦੀ ਹੈਲਪ ਤੋਂ, ਇਹਦੇ ਸਾਹਮਣੇ ਵਾਲੀ ਜਗ੍ਹਾ ਤੇ, ਇਹਦੇ ਫਰੰਟ ਤੇ ਇੱਕ ਰੋਬੋਟਿਕ ਪੀਸ ਅਟੈਚ ਹੁੰਦਾ ਹੈ ਛੋਟਾ ਜਿਹਾ, ਵਿੱਚ 6 ਮਿਲੀਮੀਟਰ 6 ਮਿਲੀਮੀਟਰ ਦੀ ਇੱਕ ਛੋਟੀ ਜਿਹੀ ਬਰ ਹੁੰਦੀ ਹੈ, ਜਿਹੜੀ ਉਹ 6 ਮਿਲੀਮੀਟਰ ਦੀ ਬਰ ਦੇ ਨਾਲ ਹੀ ਪੇਸ਼ੈਂਟ ਦੀ ਜਿਹੜੀ ਪੂਰੀ ਨੀ ਰੀਸਰਫੇਸਿੰਗ ਦੀ ਸਰਜਰੀ ਹੈ ਉਹ ਹੋ ਜਾਂਦੀ ਹੈ। ਐਂਡ ਇਟ ਇਜ਼ ਦੀ ਲੇਟੈਸਟ ਰੋਬੋਟਿਕ ਟੈਕਨੋਲੋਜੀ ਵਿਚ ਇਜ਼ ਅਵੇਲੇਬਲ ਸਾਰੀ ਦੁਨੀਆ ਦੇ ਵਿੱਚ। ਇਸ ਤੋਂ ਉੱਪਰ ਇਸ ਟਾਈਮ ਨੀ ਰੀਸਰਫੇਸਿੰਗ ਦੇ ਵਿੱਚ ਕੋਈ ਵੀ ਟੈਕਨੋਲੋਜੀ ਨਾ ਅੱਜ ਤੱਕ ਕੋਈ ਬਣੀ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਫਿਲਹਾਲ ਕੁਝ ਹੋਰ ਨਵਾਂ ਨਹੀਂ ਆ ਰਿਹਾ। ਦਿਸ ਇਜ਼ ਦ ਓਨਲੀ ਟੈਕਨੋਲੋਜੀ ਇਨ ਦ ਵਰਲਡ ਇਨ ਵਿਚ, ਜਿਹਦੇ ਵਿੱਚ ਇੱਕ ਆਟੋਮੈਟਿਕ ਫੁੱਲੀ ਐਕਟਿਵ ਰੋਬੋਟ 6 ਮਿਲੀਮੀਟਰ ਦੀ ਬਰ ਦੇ ਨਾਲ ਤੁਹਾਡਾ ਜਿਹੜਾ ਨੀ ਦਾ ਰੀਸਰਫੇਸਿੰਗ ਹੈ, ਜਿਹੜਾ ਪਾਰਟ ਡਿਫੈਕਟਿਵ ਹੈ, ਜਿਹੜਾ ਪਾਰਟ ਖਰਾਬ ਹੈ, ਸਿਰਫ ਉਸ ਪੋਰਸ਼ਨ ਦੀ ਰੀਸਰਫੇਸਿੰਗ ਕਰਕੇ ਸਾਨੂੰ ਇਹ ਬਿਨਾਂ ਕਿਸੇ ਟਿਸ਼ੂਜ਼ ਨੂੰ, ਐਜਿਸ ਨੂੰ, ਬਿਨਾਂ ਬਲੀਡਿੰਗ ਤੋਂ, ਜਿਵੇਂ ਕਿ ਆਪਾਂ ਦਿਖਾਇਆ ਕਿ ਪੇਸ਼ੈਂਟਸ ਨੂੰ ਕੋਈ ਪੇਨ ਨਹੀਂ ਹੁੰਦੀ, ਉਹ ਪੇਨਲੈਸ ਹੋਣ ਦਾ ਕਾਰਨ ਹੀ ਇਹ ਹੈ ਕਿ ਵੀ ਸਿਰਫ ਜਿਹੜਾ ਡੈਮੇਜ ਪੋਰਸ਼ਨ ਹੈ, ਜਿਹੜਾ ਪਹਿਲਾਂ ਹੀ ਖਰਾਬ ਹੈ, ਸਿਰਫ ਉਸੇ ਪੋਰਸ਼ਨ ਨੂੰ ਰੋਬੋਟਿਕ ਟੈਕਨੋਲੋਜੀ ਦੇ ਨਾਲ ਸਾਫ਼ ਕੀਤਾ ਜਾਂਦਾ ਹੈ। ਸਾਫ਼ ਕਰਕੇ ਅਸੀਂ ਉਹਦੇ ਨੀ ਦੇ ਉੱਤੇ ਰੀਸਰਫੇਸ ਕਰ ਦਿੰਦੇ ਹਾਂ। ਡਾਕਟਰ ਸਾਹਿਬ, ਇੱਕ ਗੱਲ ਦੱਸੋ ਕਿ ਜਿਵੇਂ ਕਿ ਇਹ ਮਸ਼ੀਨ ਕਾਫੀ ਕੋਸਟਲੀ ਹੋਏਗੀ, ਕਿਉਂਕਿ ਇਹ ਜਰਮਨ ਟੈਕਨੀਕ ਦੇ ਨਾਲ ਵੀ ਬਣੀ ਹੋਈ ਹੈ, ਤੇ ਕੀ ਜਿਹੜੇ ਪੇਸ਼ੈਂਟਸ ਜਿਹੜੇ ਆਣਗੇ ਕਿ ਉਹਨਾਂ ਨੂੰ ਖਰਚਾ ਕਿੰਨਾ ਕੁ ਆਏਗਾ, ਜਾਂ ਕਹਿ ਸਕਦੇ ਹੋ ਕਿ ਕਿੰਨਾ ਕੁ ਉਹਨਾਂ ਨੂੰ ਬਰਡਨ ਪੈ ਸਕਦਾ ਅਗਰ ਉਹ ਆਪਰੇਸ਼ਨ ਕਰਾਉਂਦੇ ਆ ਸੋਹਾਣਾ ਹਸਪੀਟਲ ਤੋਂ ਵੀ ਤੇ ਰੋਬੋਟਿਕ ਵੀ? ਦੇਖੋ, ਗੱਲ ਹੈ ਕਿ ਇਹ ਮਸ਼ੀਨ ਵੈਸੇ ਤੁਹਾਡੀ ਗੱਲ ਠੀਕ ਹੈ, ਕਾਫੀ ਮਹਿੰਗੀ ਮਸ਼ੀਨ ਹੈ। ਇਹ ਕਰੋੜਾਂ ਦੇ ਵਿੱਚ ਇਹ ਜਿਹੜੀ ਮਸ਼ੀਨ ਹੈ, ਇਹ ਰੋਬੋਟਿਕ ਮਸ਼ੀਨ ਅਸੀਂ ਜਿਹੜੀ ਹੈ ਇੰਸਟਾਲ ਕੀਤੀ ਹੈ ਇੱਥੇ ਹਸਪੀਟਲ ਦੀ ਸਾਡੀ ਮੈਨੇਜਮੈਂਟ ਨੇ। ਉਹ ਮਸ਼ੀਨ ਲੋਕਾਂ ਦੇ ਫਾਇਦੇ ਵਾਸਤੇ, ਭਲੇ ਵਾਸਤੇ ਕੀਤੀ, ਕਿਉਂਕਿ ਜਿਹੜੀ ਟੈਕਨੋਲੋਜੀ ਹੁੰਦੀ ਹੈ ਉਹ ਟੈਕਨੋਲੋਜੀ ਕਮਸ ਵਿਦ ਅ ਕਾਸਟ ਐਂਡ ਵਿਦ ਅ ਬੈਨੀਫਿਟ। ਮਸ਼ੀਨ ਦੇ ਪੈਸੇ ਵੀ ਲੱਗਦੇ ਹੈ, ਕਾਸਟ ਵੀ ਦੀ, ਪਰ ਉਹਦਾ ਬੈਨੀਫਿਟ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਕਿ ਜਿਹੜੀ ਇਹ ਮਸ਼ੀਨ ਹੈ, ਜੋ ਇਹ ਰੋਬੋਟਿਕ ਅਸੀਂ ਇੱਥੇ ਇੰਸਟਾਲ ਕੀਤਾ ਹੈ, ਉਹਦੇ ਜਿਹੜੇ ਐਡਵਾਂਟੇਜਸ ਹੈ, ਕੀ ਸਾਨੂੰ ਐਡਵਾਂਟੇਜ
ਚਾਰजेस ਉਹ ਸਾਨੂੰ ਲੈਣੇ ਚਾਹੀਦੇ ਕਿ ਨਹੀਂ ਲੈਣੇ ਚਾਹੀਦੇ। ਮੈਂ ਤਾਂ ਇਹੀ ਮੈਸੇਜ ਦੇਵਾਂਗਾ ਵੀ ਇਹ ਜੇ ਇੰਨੀ ਐਕਸਪੈਂਸਿਵ ਮਸ਼ੀਨ ਸੋਹਾਣਾ ਹਸਪੀਟਲ ਨੇ ਇੱਥੇ ਲਗਾਈ ਹੈ ਤਾਂ ਉਹਦਾ ਇੱਕ ਜਿਹੜਾ ਬੈਨੀਫਿਟ ਹੈ, ਉਹਦਾ ਜਿਹੜਾ ਬਹੁਤ ਵਧੀਆ ਵਾਲਾ ਬੈਨੀਫਿਟ ਹੈ, ਉਹ ਲੋਕਾਂ ਨੂੰ ਪਤਾ ਲੱਗੇ, ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਲੱਗੇ ਵੀ ਹਾਂ ਇਹ ਜਿਹੜੀ ਮਸ਼ੀਨ ਹੈ ਪੂਰੇ ਨਾਰਥ ਜ਼ੋਨ ਦੇ ਵਿੱਚ ਇਹ ਰੋਬੋਟਿਕ ਮਸ਼ੀਨ ਕਿਸੇ ਹਸਪੀਟਲ ਦੇ ਵਿੱਚ ਹਜੇ ਅਵੇਲੇਬਲ ਨਹੀਂ ਹੈ ਤੇ ਇਸ ਲੇਟੈਸਟ ਮਸ਼ੀਨ ਦਾ ਫਾਇਦਾ ਜਿਹੜਾ ਮਰੀਜ਼ਾਂ ਨੂੰ ਅਸੀਂ ਦੇ ਰਹੇ ਹਾਂ। ਪਰ ਅਸੀਂ ਇਹਦੀ ਜਿਹੜੀ ਕਾਸਟ ਜਿਹੜੀ ਹੈ ਬਹੁਤ ਜ਼ਿਆਦਾ ਹੈ, ਐਕਸਟਰਾ ਪੇਸ਼ੈਂਟਸ ਨੂੰ ਬਰਡਨ ਨਹੀਂ ਬੀਅਰ ਕਰਨਾ ਪੈ ਰਿਹਾ, ਬਹੁਤ ਹੀ ਮਿਨੀਮਲ ਕਾਸਟ ਦੇ ਨਾਲ ਹੀ ਉਹ ਆਪਣੀ ਜਿਹੜੀ ਰੋਬੋਟਿਕ ਸਰਜਰੀ ਹੈ ਉਹ ਕਰਵਾ ਸਕਦੇ ਆ। ਨਾਰਮਲ ਸਰਜਰੀ ਦੇ ਰੇਟ ਤੇ ਇਹਦੇ ਰੇਟ ਸੋਹਾਣਾ ਹਸਪੀਟਲ ਵੱਲੋਂ ਬਹੁਤ ਜ਼ਿਆਦਾ ਐਕਸਪੈਂਸਿਵ ਇਸ ਚੀਜ਼ ਬਾਰੇ ਨਹੀਂ ਕੀਤਾ ਗਿਆ। ਤੁਸੀਂ ਇੱਥੇ ਹਸਪੀਟਲ 'ਚ ਆਏ, ਇਸ ਚੀਜ਼ ਦਾ ਮੈਨੂੰ ਬਹੁਤ-ਬਹੁਤ ਥੈਂਕ ਯੂ, ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸੋਹਾਣਾ ਹਸਪੀਟਲ ਦੇ ਵਿੱਚ ਰੋਬੋਟਿਕ ਸਰਜਰੀ ਬਾਰੇ ਇੱਕ ਜਿਹੜਾ ਪਤਾ ਕਰਨਾ ਸੀ, ਉਹਦੀ ਨੌਲੇਜ ਲੈਣੀ ਸੀ, ਉਹਦੇ ਬਾਰੇ ਤੁਸੀਂ ਆਏ। ਹੋਪ ਕਿ ਅਸੀਂ ਉਸ ਬਾਰੇ ਤੁਹਾਨੂੰ ਪੂਰਾ ਦੱਸ ਪਾਏ ਤੇ ਤੁਸੀਂ ਲਾਈਵ ਐਕਸਪੀਰੀਅੰਸ ਜਿਹੜਾ ਮਰੀਜ਼ਾਂ ਦਾ ਲਿਆ ਕਿ ਵੀ ਇਹ ਰੋਬੋਟਿਕ ਤੋਂ ਬਾਅਦ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ। ਤੇ ਮੈਂ ਆਪਣੇ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਪੀਟੀਸੀ ਦੇ ਮਾਧਿਅਮ ਦੇ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਸੋਹਾਣਾ ਹਸਪੀਟਲ ਆ ਕੇ ਆਪਣੀ ਨੀਜ਼ ਦਾ ਚੈੱਕਅਪ ਕਰਾਓ ਤੇ ਜੇ ਉਹਨਾਂ ਨੂੰ ਕਿਤੇ ਜ਼ਰੂਰਤ ਹੈ ਰੀਸਰਫੇਸਿੰਗ ਦੀ ਤੇ ਤੁਸੀਂ ਉਹਨਾਂ ਨੂੰ ਰੋਬੋਟਿਕ ਜਿਹੜੀ ਕਿ ਦੁਨੀਆ ਦੀ ਸਭ ਤੋਂ ਲੇਟੈਸਟ ਟੈਕਨੀਕ ਹੈ ਉਹਦੇ ਰਾਹੀਂ ਆਪਣੀ ਸਰਜਰੀ ਕਰਾ ਕੇ ਤੇ ਐਕਸਪੈਂਸਿਵ ਜਿਹੜੀ ਇੰਨੀ ਮਸ਼ੀਨ ਦਾ ਇਹਦਾ ਫਾਇਦਾ ਤੁਸੀਂ ਜ਼ਰੂਰ ਲਓ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਸੋ ਨਵੀਂ ਅਪਡੇਟਡ ਟੈਕਨੀਕ ਰੋਬੋਟਿਕ ਟੈਕਨੀਕ ਬਹੁਤ ਹੀ ਖਾਸ ਹੈ ਤੇ ਬਹੁਤ ਹੀ ਵਧੀਆ ਹੈ ਕਿਉਂਕਿ ਇਹਦੇ ਵਿੱਚ ਹੋਰ ਵੀ ਬਹੁਤ ਸਾਰੀ ਕੁਆਲਿਟੀਜ਼ ਐਡ ਆਨ ਕਰ ਦਿੱਤੇ ਗਏ ਜਿਵੇਂ ਕਿ ਐਕਸਟਰਾ ਬਲੀਡਿੰਗ ਨਹੀਂ ਹੁੰਦੀ ਜਾਂ ਪੇਨ ਨਹੀਂ ਹੁੰਦੀ। ਸੋ ਪੇਸ਼ੈਂਟਸ ਜਿੱਥੇ ਡਰਦੇ ਸੀ ਉੱਥੇ ਹੀ ਇੱਕ ਨਵੀਂ ਟੈਕਨੀਕ ਲੈ ਕੇ ਆਏ ਨੇ ਸੋਹਾਣਾ ਹਸਪੀਟਲ ਦੇ ਵਿੱਚ ਰੋਬੋਟਿਕ ਟੈਕਨੀਕ ਤੇ ਤੁਸੀਂ ਵੀ ਆ ਕੇ ਇੱਥੇ ਆਪਣਾ ਇਲਾਜ ਵੀ ਕਰਾ ਸਕਦੇ ਹੋ ਤੇ ਨਾਲ ਪਰਫੈਕਟਲੀ ਵਾਕ ਕਰਨ ਦੇ ਲਈ ਤਿਆਰ ਵੀ ਹੋ ਸਕਦੇ ਹੋ। ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਰਾਮਪ੍ਰੀਤ ਕੌਰ, ਪੀਟੀਸੀ ਨਿਊਜ਼, ਚੰਡੀਗੜ੍ਹ।